ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ ਹੈ ਸਾਡਾ 7th ਕੋਆਰਡੀਨੇਟ ਜਿਓਮੈਟਰੀ ਨਿਰਦੇਸ਼ਾਂਕ ਜਿਓਮੈਟਰੀ, ਜਿਸ ਦੇ ਵਿੱਚ ਅਸੀਂ ਦੂਰੀ ਸੂਤਰ ਜਾਂ ਡਿਸਟੈਂਸ ਜਿਹੜਾ ਫਾਰਮੂਲਾ ਸੀ ਅਸੀਂ ਕੀਤਾ ਸੀਗਾ। ਸੋ ਉਸ ਦਾ ਜਿਹੜਾ ਫਾਰਮੂਲਾ ਸੀ ਸਾਡੇ ਕੋਲ ਦੂਰੀ ਸੂਤਰ ਜਾਂ ਜਿਸ ਨੂੰ ਅਸੀਂ ਬੋਲਦੇ ਸੀ ਡਿਸਟੈਂਸ ਫਾਰਮੂਲਾ, ਜੋ ਸਾਡੇ ਕੋਲ ਇਜ਼ ਇਕੁਅਲ ਟੂ ਹੁੰਦਾ ਸੀ x2 ਮਾਈਨਸ x1 ਦਾ ਹੋਲ ਸਕੁਅਰ ਪਲੱਸ y2 ਮਾਈਨਸ y1 ਦਾ ਹੋਲ ਸਕੁਅਰ। ਸੋ ਸਾਡੀ ਸਾਰੀ ਐਕਸਰਸਾਈਜ਼ ਜਿਹੜੀ 7.1 ਸੀ ਉਹ ਇਸ ਫਾਰਮੂਲੇ ਤੇ ਜਿਹੜੀ ਕਿ ਡਿਪੈਂਡ ਸੀ। ਸੋ ਇਸ ਦੇ ਨਾਲ ਅਸੀਂ ਉਸਦੇ ਜਿਹੜੇ ਕੁਐਸਚਨ ਸੀ ਸਾਰਿਆਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਇਹ ਸਾਡੇ ਕੋਲ ਕਦੋਂ ਅਪਲਾਈ ਹੁੰਦਾ ਸੀ ਕਿ ਸਾਡੇ ਕੋਲ ਦੋ ਪੁਆਇੰਟਸ ਦਿੱਤੇ ਹੁੰਦੇ ਸੀ A B। ਹੁਣ ਇਹ ਦੋਵੇਂ ਪੁਆਇੰਟਸ ਤੇ ਸਾਡੇ ਕੋਲ ਕੁਝ ਨਾ ਕੁਝ ਸਾਡੇ ਕੋਲ ਨਿਰਦੇਸ਼ਾਂਕ ਜਾਂ ਕੋਆਰਡੀਨੇਟਸ ਹੁੰਦੇ ਸੀਗੇ। ਪਹਿਲਾ ਪੁਆਇੰਟ x1 y1 ਹੁੰਦੇ ਸੀ, ਦੂਸਰੇ ਸਾਡੇ ਕੋਲ x2 ਤੇ y2 ਹੁੰਦੇ ਸੀ, ਤੇ ਅਸੀਂ A to B ਪੁਆਇੰਟ ਤੱਕ ਦੀ ਜਿਹੜੀ ਡਿਸਟੈਂਸ ਉਹ ਫਾਈਂਡ ਕਰਦੇ ਸੀ। ਸੋ ਇਸ ਤੋਂ ਬਾਅਦ ਸਾਡੇ ਕੋਲ ਨੈਕਸਟ ਜਿਹੜਾ ਸਾਡਾ ਸੂਤਰ ਆਉਂਦਾ ਹੈ ਉਹ ਆਉਂਦਾ ਹੈ ਵਿਭਾਜਨ ਸੂਤਰ ਜਾਂ ਸੈਕਸ਼ਨ ਫਾਰਮੂਲਾ। ਸੋ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਸੈਕਸ਼ਨ ਫਾਰਮੂਲਾ ਕਿੱਥੇ ਅਪਲਾਈ ਹੋਣਾ ਹੈ ਅਤੇ ਅਸੀਂ ਕਿਸ ਤਰ੍ਹਾਂ ਇਸ ਨੂੰ ਅਪਲਾਈ ਕਰਨਾ ਹੈ। ਸੋ ਸਭ ਤੋਂ ਪਹਿਲਾਂ ਸਾਨੂੰ ਵੇਅਰ ਵਾਲਾ ਕੁਐਸਚਨ ਜਿਹੜਾ ਹੈ ਇਸ ਦਾ ਕਿੱਥੇ ਪਤਾ ਹੋਣਾ ਚਾਹੀਦਾ, ਕਿੱਥੇ ਅਸੀਂ ਯੂਜ਼ ਕਰਨਾ ਹੈ। ਇਸ ਵਿੱਚ ਸਾਡੇ ਕੋਲ ਕੁਝ ਸ਼ਬਦ ਪਾਰਟੀਕੂਲਰ ਵਰਡ ਲਿਖੇ ਹੋਣਗੇ ਕੁਐਸਚਨ ਦੇ ਵਿੱਚ। ਜਦੋਂ ਸਾਨੂੰ ਪਤਾ ਲੱਗ ਜਾਏਗਾ ਅਸੀਂ ਇਸ ਕੁਐਸਚਨ ਦੇ ਵਿੱਚ ਇਹ ਵਾਲਾ ਫਾਰਮੂਲਾ ਜਿਹੜਾ ਉਹ ਵਰਤੋਂ 'ਚ ਲਿਆਉਣਾ ਹੈ। ਸੋ ਇੱਕ ਵਰਡ ਹੋਏਗਾ ਸਾਡੇ ਕੋਲ ਇਸ ਦੇ ਵਿੱਚ ਅਨੁਪਾਤ, ਜਿਸ ਨੂੰ ਅਸੀਂ ਲਿਖਦੇ ਹਾਂ ਰੇਸ਼ੋ, ਠੀਕ ਹੈ। ਦੂਸਰਾ ਸਾਡੇ ਕੋਲ ਸ਼ਬਦ ਹੋਏਗਾ ਇਸ ਦਾ ਮੱਧ ਬਿੰਦੂ ਮਿਡ ਪੁਆਇੰਟ। ਸੋ ਅਸੀਂ ਡਿਸਕਸ ਕਰਦੇ ਹਾਂ ਕਿ ਇਹਨਾਂ ਦਾ ਮੀਨਿੰਗ ਜਿਹੜੇ ਸਾਡੇ ਕੋਲ ਕੀ ਹਨ। ਸੋ ਇੱਕ ਤਾਂ ਸਾਡੇ ਕੋਲ ਰੇਖਾਖੰਡ ਜਾਂ ਰੇਖਾ ਦਾ ਦਿੱਤੀ ਹੋਏਗੀ, ਦੋ ਸਾਡੇ ਕੋਲ ਪੁਆਇੰਟਸ ਜਿਹੜੇ ਗਿਵਨ ਦਿੱਤੇ ਹੋਣਗੇ। ਸੋ ਇਸ ਤਰ੍ਹਾਂ ਮੰਨ ਲਓ ਕਿ ਸਾਡੇ ਕੋਲ ਇਸ ਦੇ ਵਿੱਚ ਵੀ A ਅਤੇ B ਪੁਆਇੰਟਸ ਦੋ ਦਿੱਤੇ ਗਏ ਹਨ। ਹੁਣ A ਦੇ ਕੋਆਰਡੀਨੇਟ ਸਾਡੇ ਕੋਲ ਹਨ x1 ਤੇ y1 ਅਤੇ B ਦੇ ਸਾਡੇ ਕੋਲ ਹਨ x2 ਤੇ y2। ਇਹ ਆ ਗਏ ਸਾਡੇ ਕੋਲ ਇਸ ਦੇ ਨਿਰਦੇਸ਼ਾਂਕ ਜਾਂ ਕੋਆਰਡੀਨੇਟਸ। ਸੋ ਇੱਕ ਪੁਆਇੰਟ ਹੋਰ ਹੈਗਾ ਆ P, ਜੋ ਇਸ ਲਾਈਨ ਨੂੰ ਡਿਵਾਈਡ ਕਰ ਰਿਹਾ ਹੈ। ਹੁਣ ਜਿਹੜਾ P ਪੁਆਇੰਟ ਹੈ ਇਸ ਲਾਈਨ ਨੂੰ ਜਦੋਂ ਵੰਡਦਾ ਹੈ ਤਾਂ ਉਹ ਇਸ ਤਰ੍ਹਾਂ ਵੀ ਵੰਡ ਸਕਦਾ ਹੈ ਕਿ ਦੋ ਪੂਰੀ ਰੇਖਾ ਨੂੰ ਜਾਂ ਪੂਰੇ ਰੇਖਾਖੰਡ ਨੂੰ ਦੋ ਬਰਾਬਰ ਹਿੱਸਿਆਂ 'ਚ ਵੰਡ ਦੇ, ਜਾਂ ਇੱਕ ਸਾਈਡ ਤੇ ਘੱਟ ਹਿੱਸਾ ਰਹਿ ਜੇ, ਦੂਸਰੀ ਸਾਈਡ ਤੇ ਜ਼ਿਆਦਾ ਹਿੱਸਾ ਰਹਿ ਜੇ। ਸੋ ਇਹ ਜਦੋਂ ਪੁਆਇੰਟਸ ਡਿਵਾਈਡ ਕਰ ਰਿਹਾ ਹੈ ਤਾਂ ਇਸ ਪੁਆਇੰਟ ਦੇ ਆਪਣੇ ਵੀ ਕੁਝ ਪੁਆਇੰਟਸ ਜਿਹੜੇ ਕਿ ਹੁੰਦੇ ਹਨ। ਸੋ ਜਿਨ੍ਹਾਂ ਨੂੰ ਅਸੀਂ ਇਸ ਪੁਆਇੰਟ ਦੇ ਨਿਰਦੇਸ਼ਾਂਕ ਬੋਲਦੇ ਹਾਂ, ਜੋ ਸਾਡੇ ਕੋਲ ਰਹਿਣਗੇ x, y। ਹੁਣ ਦੇਖੋ, ਜਦੋਂ ਕੋਈ ਲਾਈਨ ਵੰਡੀ ਜਾਂਦੀ ਹੈ ਜਾਂ ਅਸੀਂ ਆਪਣੀ ਲੈਂਡ ਦੀ ਡਿਵੀਜ਼ਨ ਕਰਦੇ ਹਾਂ, ਜੇ ਕਿਸੇ ਵੀ ਚੀਜ਼ ਦੀ ਅਸੀਂ ਡਿਵੀਜ਼ਨ ਕਰ ਲਈਏ ਤਾਂ ਸਾਡੇ ਕੋਲ ਜਾਂ ਤਾਂ ਬਰਾਬਰ ਹਿੱਸੇ ਆਉਣਗੇ, ਠੀਕ ਹੈ, ਇਕੁਅਲ ਪਾਰਟਸ ਆਉਣਗੇ, ਜਾਂ ਫਿਰ ਇੱਕ ਪਾਰਟ ਵੱਡਾ ਇੱਕ ਛੋਟਾ ਆਏਗਾ, ਠੀਕ ਹੈ, ਜਾਂ ਉਸਦੇ ਇੱਕ ਤੋਂ ਜ਼ਿਆਦਾ ਹਿੱਸੇ ਬਣ ਸਕਦੇ ਨੇ, ਕੁਛ ਵੀ ਹੋ ਸਕਦਾ ਹੈ। ਤਾਂ ਸਾਡੇ ਕੋਲ ਜਿਹੜੇ ਵੀ ਹਿੱਸੇ ਬਣਦੇ ਹਨ ਉਸ ਦੇ ਵਿੱਚ ਇੱਕ ਹਿੱਸੇ ਨੂੰ ਅਸੀਂ ਨਾਮ ਦਿੰਦੇ ਹਾਂ M1 ਅਤੇ ਦੂਸਰੇ ਨੂੰ ਨਾਮ ਦਿੰਦੇ ਹਾਂ ਅਸੀਂ M2। ਹੁਣ ਦੇਖੋ ਇਸ ਨੂੰ ਧਿਆਨ ਦੇ ਨਾਲ, ਇੱਕ ਸਾਡੇ ਕੋਲ ਹਿੱਸਾ ਇਸ ਸਾਈਡ ਤੇ ਆਉਂਦਾ ਹੈ P ਦੇ, ਤੇ ਦੂਸਰਾ ਸਾਡੇ ਕੋਲ ਜਿਹੜਾ ਆ ਰਿਹਾ ਹੈ ਉਹ ਇਸ ਸਾਈਡ ਤੇ ਜਿਹੜਾ ਕਿ ਉਹ ਆ ਰਿਹਾ ਹੈ। ਦੋ ਪਾਰਟਸ ਦੇ ਵਿੱਚ ਸਾਡੇ ਕੋਲ AB ਜਿਹੜਾ ਰੇਖਾਖੰਡ ਵੰਡਿਆ ਜਾਂਦਾ ਹੈ। ਸੋ ਉਹਦਾ ਪਹਿਲਾ ਹਿੱਸਾ ਹੈ M1 ਤੇ ਦੂਸਰਾ ਹੈ M2। ਹੁਣ ਸੈਕਸ਼ਨ ਫਾਰਮੂਲਾ ਬਹੁਤ ਸਾਰੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਫਾਰਮੂਲੇ ਨੂੰ ਅਸੀਂ ਯਾਦ ਕਿੱਦਾਂ ਕਰਨਾ ਹੈ, ਕੀ ਕਰੀਏ ਅਸੀਂ, ਸਾਨੂੰ ਬੜੀ ਦਿੱਕਤ ਆਉਂਦੀ। ਬੱਚੇ ਕਹਿੰਦੇ ਕਿ ਸਾਨੂੰ ਨਹੀਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਅਸੀਂ ਪੜ੍ਹੀਏ। ਸੋ ਇਸ ਨੂੰ ਕੁਝ ਵੀ ਜਿਹੜਾ ਕਿ ਕਨਫਿਊਜ਼ ਨਹੀਂ ਹੋਣਾ ਤੁਸੀਂ, ਜਾਂ ਔਖਾ ਨਹੀਂ ਸਮਝਣਾ। ਸਿਰਫ ਤੁਹਾਨੂੰ ਇੰਨੀ ਚੀਜ਼ ਦਾ ਪਤਾ ਹੋਣਾ ਪਹਿਲਾਂ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ M1 M2 ਹੋਣੇ ਚਾਹੀਦੇ ਹਨ, A ਪੁਆਇੰਟ B ਪੁਆਇੰਟ ਹੋਣਗੇ, ਤੇ ਇੱਕ ਪੁਆਇੰਟਸ ਹੋ ਗਿਆ ਜਿਹੜਾ ਪੂਰੀ ਲਾਈਨ ਨੂੰ ਜਿਹੜਾ ਕਿ ਡਿਵਾਈਡ ਕਰੇਗਾ, ਉਸਦੇ ਆਪਣੇ ਕੋਆਰਡੀਨੇਟਸ ਜਿਹੜੇ ਕਿ ਉਹ ਹੋਣਗੇ। ਸੋ ਇਹਨਾਂ M1 ਤੇ M2 ਨੂੰ ਅਸੀਂ ਬੋਲਦੇ ਹਾਂ ਅਨੁਪਾਤ ਜਾਂ ਰੇਸ਼ੋ। ਹੁਣ ਦੇਖੋ M2 ਪੁਆਇੰਟ ਇਸ ਸਾਈਡ ਹੈ, ਇਸ ਤੋਂ ਅਸੀਂ ਇੱਕ ਤੀਰ ਲਗਾਇਆ ਆਪਣੇ A ਵਾਲੇ ਸਾਈਡ ਤੇ, ਠੀਕ ਹੈ, ਮਤਲਬ ਕਿ ਕ੍ਰੋਸ ਲਗਾਉਣਾ ਹੈ ਸਾਈਨ, ਠੀਕ ਹੈ, ਕ੍ਰੋਸ ਐਰੋ ਅਸੀਂ ਖਿੱਚਣੇ ਹਨ। ਇਸ ਸਾਈਡ ਤੋਂ ਅਸੀਂ ਆਪਣਾ ਐਰੋ ਜਿਹੜਾ ਇਸ ਸਾਈਡ ਤੇ ਖਿੱਚ ਦਿੱਤਾ ਗਿਆ। ਹੁਣ ਦੇਖੋ ਇਸ ਪੁਆਇੰਟ ਨੂੰ ਅਸੀਂ ਕੀ ਕਰਨਾ ਹੈ, M2 x1 ਮਲਟੀਪਲਾਈ ਕਰਤਾ। ਧਿਆਨ ਨਾਲ ਸਮਝਣਾ ਹੈ ਕਿ ਇਸ ਨੂੰ ਜਦੋਂ ਅਸੀਂ ਤਿਰਛੀ ਗੁਣਾ ਇੱਧਰ ਕਰ ਰਹੇ ਹਾਂ ਤਾਂ ਅਸੀਂ ਸਿਰਫ ਫਸਟ ਪੁਆਇੰਟ ਨਾਲ ਮਲਟੀਪਲੀਕੇਸ਼ਨ ਕੀਤੀ ਹੈ, ਠੀਕ ਹੈ। ਫਿਰ ਲਗਾਉਣਾ ਹੈ ਪਲੱਸ, ਫਿਰ ਇਸ ਵਾਲੇ ਪੁਆਇੰਟ ਨੂੰ ਇਹਦੇ ਫਸਟ ਪੁਆਇੰਟ ਨਾਲ ਗੁਣਾ ਕਰ ਦਿਓ, ਮਲਟੀਪਲਾਈ ਕਰ ਦਿਓ, M1 x2 ਓਵਰ ਸਾਡੇ ਕੋਲ ਆਉਣਾ ਹੈ M1 ਪਲੱਸ M2। ਇਹ ਆ ਗਿਆ ਸਾਡੇ ਕੋਲ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਹੁਣ ਫਿਰ M2 ਨੂੰ ਅਸੀਂ ਦੂਸਰੇ ਜਿਹੜਾ ਕਿ ਉਸਦਾ ਕੋਆਰਡੀਨੇਟ ਹੈ, ਮਤਲਬ ਕਿ ਪਹਿਲਾਂ ਕੀ ਸਾਡੇ ਕੋਲ ਸੀਗਾ
ਅਬਸੀਸਾ, ਦੂਜਾ ਹੁੰਦਾ ਹੈ ਆਰਡੀਨੇਟ। ਠੀਕ ਆ, ਇਹ ਧਿਆਨ ਨਾਲ ਸਮਝਣਾ ਹੈ ਕਿ ਏ ਦੇ ਏ ਹੋਵੇ ਜਾਂ ਕੋਈ ਵੀ ਪੁਆਇੰਟ ਹੋਵੇ, ਮੰਨ ਲਓ ਕਿ ਐਕਸ ਤੇ ਵਾਈ ਸਾਡੇ ਕੋਲ ਦੋ ਪੁਆਇੰਟ ਹੁੰਦੇ ਹਨ। ਪਹਿਲੇ ਨੂੰ ਅਸੀਂ ਬੋਲਦੇ ਹਾਂ ਅਬਸੀਸਾ, ਦੂਸਰੇ ਨੂੰ ਅਸੀਂ ਬੋਲਦੇ ਹਾਂ ਆਰਡੀਨੇਟ। ਇਹ ਅਸੀਂ 7th ਜਿਹੜਾ ਚੈਪਟਰ ਸੀ ਉਹਦੀ ਇੰਟਰੋਡਕਸ਼ਨ ਦੇ ਵਿੱਚ ਅਸੀਂ ਇਹ ਸਾਰਾ ਕਲੀਅਰ ਕੀਤਾ ਹੋਇਆ ਹੈ। ਤੇ ਪੰਜਾਬੀ 'ਚ ਗੱਲ ਕਰੀਏ ਤਾਂ ਇਸ ਨੂੰ ਅਸੀਂ ਬੋਲਦੇ ਹਾਂ ਭੁਜ ਅਤੇ ਇਸ ਨੂੰ ਬੋਲਦੇ ਹਾਂ ਕੋਟੀ। ਸੋ ਦੋਵਾਂ ਨੂੰ ਮਿਲਾ ਕੇ ਅਸੀਂ ਨਿਰਦੇਸ਼ਾਂਕ ਪੰਜਾਬੀ 'ਚ ਕਹਿੰਦੇ ਹਾਂ ਤੇ ਇੰਗਲਿਸ਼ ਦੀ ਗੱਲ ਕਰੀਏ ਤਾਂ ਅਸੀਂ ਕੋਆਰਡੀਨੇਟਸ ਜਿਹੜਾ ਕਿ ਬੁਲਾ ਦਿੰਦੇ ਹਾਂ। ਸੋ ਹੁਣ ਅਸੀਂ ਦੂਸਰੇ ਇਸ ਪੁਆਇੰਟ ਨੂੰ ਅਸੀਂ ਆਰਡੀਨੇਟ ਨਾਲ ਗੁਣਾ ਕਰਨੀ ਹੈ। ਠੀਕ ਹੈ, ਮਤਲਬ ਕਿ y ਦੇ ਪੁਆਇੰਟ ਨਾਲ। ਸੋ m2 y1 ਪਲੱਸ m1 y2 ਓਵਰ m1 ਪਲੱਸ m2। ਸੋ ਧਿਆਨ ਦਿਓ ਕਿ ਸਭ ਤੋਂ ਪਹਿਲਾਂ ਅਸੀਂ ਫਿਰ ਇੱਕ ਵਾਰੀ ਕਲੀਅਰ ਕਰ ਲਈਏ ਕਿ ਇਹ ਲਾਈਨ ਬਣਾਈ, ਦੋ ਪੁਆਇੰਟਸ ਲਏ, ਜਿਹੜਾ ਇੱਕ ਪੁਆਇੰਟ ਡਿਵਾਈਡ ਕਰ ਰਿਹਾ ਸੀ ਲਾਈਨ ਨੂੰ ਉਹ ਪੁਆਇੰਟ ਲਿਆ, ਰੇਸ਼ੋ ਲਈ m1 m2 ਲਈ, ਫਿਰ ਅਸੀਂ ਇੱਕ ਕ੍ਰਾਸ ਜਿਹੜੇ ਸਾਈਨ ਉਹ ਲਗਾ ਦਿੱਤੇ। ਫਿਰ ਅਸੀਂ ਇਸ ਦੇ ਪਹਿਲੇ ਪੁਆਇੰਟਸ ਦੇ ਨਾਲ ਗੁਣਾ ਕੀਤੀ, ਇਸ ਪੁਆਇੰਟ ਨੂੰ ਇਹਦੇ ਪਹਿਲੇ ਨਾਲ ਗੁਣਾ ਕੀਤੀ, ਫਿਰ ਇਹਨੂੰ ਇਸ ਪੁਆਇੰਟ ਨੂੰ ਅਸੀਂ ਇਸ ਦੇ ਫਸਟ ਪੁਆਇੰਟ ਨਾਲ ਜਿਹੜੀ ਕਿ ਮਲਟੀਪਲੀਕੇਸ਼ਨ ਕੀਤੀ ਹੈ, ਤਾਂ ਸਾਡੇ ਕੋਲ ਇੱਕ ਇਸ ਤਰ੍ਹਾਂ ਦਾ ਜਿਹੜਾ ਵਿਅੰਜਕ ਜਿਹਾ ਬਣ ਕੇ ਉਹ ਤਿਆਰ ਜਿਹੜਾ ਹੋ ਜਾਂਦਾ ਹੈ। ਹੁਣ ਇਹ ਦੋ ਪੁਆਇੰਟਸ ਆਏ ਸਾਡੇ ਕੋਲ, ਇਹਨਾਂ ਦੋਵਾਂ ਪੁਆਇੰਟਸ ਦੇ ਵਿੱਚੋਂ ਇੱਕ ਪੁਆਇੰਟ ਹੈ x ਦਾ ਤੇ ਦੂਜਾ ਪੁਆਇੰਟ ਹੈ y ਦਾ। ਪਰ ਇਹ ਕਿਹੜੇ x y ਹੋਣਗੇ? ਇਹ ਜਿਹੜਾ ਪੁਆਇੰਟ ਡਿਵਾਈਡ ਕਰ ਰਿਹਾ ਹੈ ਲਾਈਨ ਨੂੰ। ਸੋ p ਦੇ ਜਿਹੜੇ ਪੁਆਇੰਟਸ ਹੋਣਗੇ ਸਾਡੇ ਕੋਲ x, y, ਇਹ ਸਾਡੇ ਕੋਲ ਇਸ ਤਰ੍ਹਾਂ ਪੁਆਇੰਟ ਦੋ ਜਿਹੜੇ ਕਿ ਨਿਕਲਣਗੇ। ਮਤਲਬ ਕਿ ਤੁਹਾਨੂੰ ਕੁਐਸਚਨ ਹੋਏਗਾ ਕਿ ਦੱਸੋ ਕਿ ਇੱਕ ਰੇਖਾ ਖੰਡ ਹੈ, ਉਸ ਦੇ ਦੋ ਪੁਆਇੰਟਸ ਹਨ a b ਐਂਡ ਸਮਥਿੰਗ, ਕੁਝ ਵੀ ਹੋਰ ਹੋ ਸਕਦੇ ਹਨ, ਤੇ ਜਿਹੜੇ ਇੱਕ ਰੇਸ਼ੋ ਦੇ ਵਿੱਚ ਵੰਡੇ ਜਾ ਰਹੇ ਹਨ, ਰੇਸ਼ੋ 1:2 ਹੋ ਸਕਦੀ ਹੈ, 7:2 ਹੋ ਸਕਦੀ, ਕੁਝ ਵੀ ਰੇਸ਼ੋ ਤੁਹਾਨੂੰ ਜਿਹੜੀ ਅਨੁਪਾਤ ਆ ਉਹ ਦਿੱਤਾ ਹੋ ਸਕਦਾ ਹੈ। ਤਾਂ ਤੁਹਾਨੂੰ ਕਹਿਣਾ ਕਿ ਉਸ ਪੁਆਇੰਟ ਦੇ ਨਿਰਦੇਸ਼ਾਂਕ ਦੱਸੋ ਜਿਹੜਾ ਇਸ ਨੂੰ ਇਸ ਰੇਸ਼ੋ ਦੇ ਵਿੱਚ ਵੰਡ ਰਿਹਾ ਹੈ। ਸੋ ਹੁਣ ਧਿਆਨ ਦੇਣਾ, ਇਹ ਸਾਡੇ ਕੋਲ ਜਿਹੜਾ ਕਿ ਇੱਕ ਸੈਕਸ਼ਨ ਫਾਰਮੂਲਾ ਜਿਹੜਾ ਉਹ ਬਣ ਜਾਂਦਾ ਹੈ। ਹੁਣ ਇਸ ਫਾਰਮੂਲੇ ਵਿੱਚ ਸਾਡੇ ਕੋਲ m1 m2 ਆਉਂਦਾ ਹੈ, x1 ਤੇ y2 ਆਉਂਦੇ ਹਨ। ਠੀਕ ਹੈ, ਇਹ ਵਾਲੇ xy ਆਉਂਦੇ ਹਨ। ਸਾਨੂੰ m1 m2 ਵੀ ਫਾਈਂਡ ਕਰਨ ਨੂੰ ਕਿਹਾ ਜਾ ਸਕਦਾ, ਮਤਲਬ ਕਿ ਰੇਸ਼ੋ ਵੀ ਕੱਢਣ ਨੂੰ ਕਹੀ ਜਾ ਸਕਦੀ ਹੈ। ਸਾਨੂੰ ਇਹ ਪੁਆਇੰਟਸ ਜਿਹੜਾ ਹੈ ਇਹ ਵੀ ਕੱਢਣ ਨੂੰ ਕਹੇ ਜਾ ਸਕਦੇ ਹਨ। ਹੋ ਸਕਦਾ ਸਾਨੂੰ ਇਸ ਦੇ ਵੀ ਕੋਈ ਪੁਆਇੰਟਸ ਜਾਂ ਫਾਈਂਡ ਆਊਟ ਕਰਨ ਨੂੰ ਕਹਿ ਦਿੱਤੇ ਜਾਣ। ਸੋ ਇਸ ਤੋਂ ਬਾਅਦ ਸਾਡਾ ਜਿਹੜਾ ਫਾਰਮੂਲਾ ਆਉਂਦਾ ਹੈ ਇੱਕ ਮੱਧ ਬਿੰਦੂ, ਮਿਡ ਪੁਆਇੰਟਸ, ਉਹ ਬੜੇ ਹੀ ਧਿਆਨ ਨਾਲ ਸਮਝਣਾ ਇਸ ਨੂੰ ਵੀ। ਸੋ ਸਿਮਿਲਰਲੀ a ਪੁਆਇੰਟ ਐਂਡ b ਪੁਆਇੰਟ, its coordinates are x1, y1 and b's coordinates are x2, y2. So p is the point which is the mid point of the AB. So p ਇੱਕ ਬਿੰਦੂ ਹੈ ਜਿਹੜਾ ਇਸ ਦਾ ਮੱਧ ਬਿੰਦੂ ਹੈ। ਮੱਧ ਬਿੰਦੂ ਦਾ ਮਤਲਬ ਕਿ ਇੱਕ AB ਜਿਹੜਾ ਰੇਖਾ ਖੰਡ ਹੈ ਉਸ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਸਾਡੇ ਕੋਲ ਵੰਡ ਰਿਹਾ ਹੈ, ਮੀਨਸ ਕਿ ਬਾਈਸੈਕਟ ਕਰ ਰਿਹਾ ਹੈ। ਸੋ ਬਰਾਬਰ ਭਾਗ ਹਨ ਸਾਡੇ ਕੋਲ, ਇਸ ਤਰ੍ਹਾਂ ਅਸੀਂ ਦੋ ਲਾਈਨਸ ਦੇ ਨਾਲ ਜਿਹੜਾ ਕਿ ਦਰਸਾ ਦਿੰਦੇ ਹਾਂ। ਸੋ ਇਸ ਦੇ ਕੋਆਰਡੀਨੇਟਸ ਹਨ ਸਾਡੇ ਕੋਲ x, y। ਹੁਣ ਅਸੀਂ p ਦੇ ਨਿਰਦੇਸ਼ਾਂਕ ਫਾਈਂਡ ਕਰਨੇ ਹਨ। ਹੁਣ ਸਾਨੂੰ ਇਹ ਪਤਾ ਕਿ ਇਸ ਸਾਈਡ ਤੇ ਰੇਸ਼ੋ ਜਿਹੜੀ m1 ਹੁੰਦੀ ਹੈ, ਇਸ ਸਾਈਡ ਤੇ m2 ਹੁੰਦੀ ਹੈ। ਠੀਕ ਹੈ, ਅਸੀਂ ਸਪੋਜ਼ ਕਰ ਲੈਂਦੇ ਹਾਂ ਕਿ m1 ਜਿਹੜਾ ਇਜ਼ ਇਕੁਅਲ ਟੂ ਹੈ m2 ਦੇ। ਕਲੀਅਰ ਹੋ ਗਿਆ, m1 ਇਜ਼ ਇਕੁਅਲ ਟੂ m2 ਹੈ। ਇਸ ਚੀਜ਼ ਨੂੰ ਚੱਕਣਾ ਹੈ ਅਸੀਂ। ਠੀਕ ਹੈ, ਧਿਆਨ ਨਾਲ ਸਮਝਣਾ ਹੈ। m2 ਤੇ m1 ਦੋਵੇਂ ਇੱਕ ਦੂਸਰੇ ਦੇ ਬਰਾਬਰ ਹਨ ਸਾਡੇ ਕੋਲ। ਕਿਸੇ ਦੀ ਵੀ ਵੈਲਿਊ ਅਸੀਂ ਇੱਕ ਦੀ ਜਗ੍ਹਾ ਤੇ ਪੁੱਟ ਕਰ ਸਕਦੇ ਹਾਂ, ਰੀਪਲੇਸ ਕਰ ਸਕਦੇ ਹਾਂ ਇੱਕ ਦੂਸਰੇ ਦੇ ਨਾਲ। ਅਸੀਂ m2 ਦੀ ਜਗ੍ਹਾ ਤੇ ਕੀ ਲਿਖਦੇ ਹਾਂ? m1 ਲਿਖ ਦਿੰਦੇ ਹਾਂ। ਠੀਕ ਹੈ, ਅਸੀਂ ਦੇਖੋ ਇੱਥੇ ਲਿਖਿਆ m2 ਦੀ ਜਗ੍ਹਾ ਤੇ m1 ਲਿਖਿਆ, ਨਾਲ ਸਾਡੇ ਕੋਲ x2 ਹੈ ਪਲੱਸ। ਠੀਕ ਹੈ, ਧਿਆਨ ਦਿਓ ਇੱਥੇ m2 ਦੀ ਜਗ੍ਹਾ ਤੇ m1 ਲਿਖ ਰਹੇ ਹਾਂ, ਫਿਰ x1 ਫਿਰ ਪਲੱਸ ਆ ਗਿਆ ਸਾਡੇ ਕੋਲ m1 x2 ਓਵਰ ਆ ਗਿਆ ਸਾਡਾ, ਧਿਆਨ ਦਿਓ m1 ਪਲੱਸ m2, ਜਿਸ ਕਿ m1 ਤਾਂ ਹੈ ਹੀ ਸਾਡੇ ਕੋਲ, ਤੇ m2 ਦੀ ਜਗ੍ਹਾ ਤੇ ਵੀ ਕੀ ਲਿਖਣਾ? ਅਸੀਂ m1 ਲਿਖ ਦਿੱਤਾ। ਸੋ ਕਲੀਅਰ ਹੋ ਗਿਆ ਤੁਹਾਨੂੰ। ਹੁਣ ਇਸ ਤੋਂ ਬਾਅਦ ਸਾਡੇ ਕੋਲ ਕੀ ਬਣਦਾ ਹੈ? ਉੱਪਰੋਂ ਦੇਖੋ ਕਾਮਨ ਆਉਂਦਾ ਸਾਡੇ ਕੋਲ m1 ਕਾਮਨ ਰਹਿ ਗਿਆ ਸਾਡੇ ਕੋਲ x1 ਪਲੱਸ x2 ਓਵਰ ਆ ਗਿਆ ਸਾਡੇ ਕੋਲ m1 ਪਲੱਸ, ਹੁਣ ਦੇਖੋ ਨੀਚੇ ਹੈ m1 ਪਲੱਸ m1। ਠੀਕ ਹੈ, ਮਤਲਬ ਕਿ ਦੋ ਵਾਰੀ m1 ਆ ਰਿਹਾ, ਸੋ ਅਸੀਂ ਲਿਖਿਆ 2m1। ਸੋ m1 ਕੈਂਸਲ ਹੋ ਗਿਆ, ਸਾਡੇ ਕੋਲ ਰਹਿ ਗਿਆ x1 ਪਲੱਸ x2 ਓਵਰ 2 ਰਹਿ ਗਿਆ। ਕਲੀਅਰ ਹੋ ਗਿਆ। ਫਿਰ ਇਸ ਤਰ੍ਹਾਂ ਹੀ ਦੂਸਰਾ ਪੁਆਇੰਟ ਸਾਡੇ ਕੋਲ ਜਿਹੜਾ y ਵਾਲਾ ਹੈ, ਫਿਰ ਅਸੀਂ m2 ਦੀ ਜਗ੍ਹਾ ਤੇ m1 ਲਿਖਦੇ ਹਾਂ, m1 y1 ਪਲੱਸ m1 y2 ਓਵਰ ਆ ਗਿਆ ਸਾਡੇ ਕੋਲ m1 ਪਲੱਸ m1। ਸੋ ਫਿਰ ਅਸੀਂ m2 ਦੀ ਜਗ੍ਹਾ ਤੇ ਜਿਹੜਾ ਕਿ m1 ਦੀ ਵੈਲਿਊ ਜਿਹੜੀ ਉਹ ਪੁੱਟ ਕੀਤੀ ਹੈ। ਸਾਡੇ ਕੋਲ ਫਿਰ ਕਾਮਨ ਆਉਂਦਾ ਹੈ m1, ਇੱਧਰ ਹੈਗਾ ਸਾਡੇ ਕੋਲ y1 ਪਲੱਸ y2, ਸੋ ਨੀਚੇ ਹੈਗਾ 2m1
सो m1 कैंसिल हो गया, साढ़े को बचे my1 प्लस y2 ओवर 2। सो ये दो पॉइंट्स आ गए जिहड़े साडे को P ਦੇ पॉइंट्स आए हैं। सो जिहड़े साडे को मध्य बिंदु होणगे साडी रेखा दे। सो इस दे विच देखो साडे कोल जिहड़ा अनुपात है m1 m2 ਦੇ पॉइंट्स नहीं रहे हैं, ठीक है। इस दे विच साडे कोल m1 m2 ਦੇ पॉइंट्स सी। फॉर्मूला तुहानूं देखण नूं सेम लग रहा होगा, नीचे देखो इधर 2 आंदा है, इधर नीचे m1 m2 आ रहे हैं प्लस दे विच, ठीक है। सो ये सी साडा सैक्शन फॉर्मूला, ये है साडा मिड पॉइंट्स फॉर्मूला। जो मध्य बिंदु कड्ढणे कई जाने तो असीं ये फॉर्मूला लगाना है, जो सानूं अनुपात जां मध्य ये जिहड़ा पॉइंट बन रहा है लाइन नूं उसके पॉइंट फाइंड आउट करन नूं कहे जाने हैं, तो असीं ये वाला जिहड़ा फॉर्मूला है उसकी वरतों करनी है। सो ये सी साडी इंट्रोडक्शन अबाउट द सैक्शन फॉर्मूला एंड द मिड पॉइंट्स फॉर्मूला। सो हुण असीं अपनी जिहड़ी क्लास है ਅਸੀਂ ਉਸ ਦੇ ਵਿੱਚ ਐਕਸਰਸਾਈਜ਼ 7.2 ਸ਼ੁਰੂ ਕਰਾਂਗੇ। ਸੋ ਜਿਸ ਨੂੰ ਅਸੀਂ ਆਪਣੀ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ, ਵਧੀਆ ਲੱਗਾ ਹੈ ਤਾਂ ਲਾਈਕ ਕਰੋ, ਕਮੈਂਟ ਕਰੋ ਅਗਰ ਤੁਸੀਂ ਕੋਈ ਹੋਰ ਚੇਂਜ ਚਾਹੁੰਦੇ ਹੋ। ਸੋ ਥੈਂਕ ਯੂ, ਮਿਲਦੇ ਆ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।